ਤੁਹਾਡੇ ਹਰ ਮਰਜ਼ ਦਾ ਹੱਲ ਪਲੈਨਟ ਆਯੁਰਵੇਦਾ। ਲੀਵਰ ਨਾਲ ਸੰਬੰਧਿਤ ਕੋਈ ਵੀ ਹੋਵੇ ਸਮੱਸਿਆ ਜਾਂ ਫਿਰ ਪੇਟ ਵਿੱਚ ਹੋਵੇ ਗੜਬੜੀ ਤਾਂ ਇੱਕੋ ਹੱਲ ਪਲੈਨਟ ਆਯੁਰਵੇਦਾ। एमडी आयुर्वेदा डॉक्टर विक्रम सिंह चौहान की गाइडेंस नाल प्लैनेट आयुर्वेदा ने हुण तक ਲੱਖਾਂ ही मरीजों के रोग ठीक किए ने। मेरा यूरिन इन्फेक्शन है, उससे किडनी में इन्फेक्शन हो रहा था, उसका ट्रीटमेंट चल रहा है और मेरे को 4 महीने से मैं ये दवाइयाँ ले रही हूँ, थोड़ी सी इम्प्रूवमेंट हो रही है। बट इन्फेक्शन होता है बार बार तो एंटीबायोटिक खाते हैं तो वैल्यू दोबारा बढ़ जाती है, तो उसके लिए आए थे हम यहाँ पे कि इन्फेक्शन का प्रॉपर ट्रीटमेंट मिल जाए। और दूसरा, इनको यूरिन हर आधे पौने घंटे में आता है, तो उसके लिए कुछ अच्छा मेडिसिन हो जिससे कि जो है ना उसमें इनको आराम मिल जाए। उससे सेटिस्फाइड हैं। अभी आप स्टार्ट करेंगे दवाई, फिर देखते हैं कितना और इम्प्रूवमेंट होता है उसमें। बट हाँ, ये है किडनी फंक्शन में तो काफ़ी इम्प्रूवमेंट हुई है। ये 4 महीने से हम ले रहे हैं तो उसमें तो काफ़ी इम्प्रूवमेंट हुई है। पहले इनका डायलिसिस भी था, वो भी अभी बंद हो गया है। ऐसे डॉक्टर्स के पास तो बहुत चक्कर मारे, कुछ तो खास ट्रीटमेंट मिला नहीं हमको और हम भी सेटिस्फाइड थे नहीं, तो इनके बारे में काफ़ी सुना था हमने। फिर बाकी यूट्यूब में वीडियोस भी देखा कि अच्छे डॉक्टर हैं और जो पेशेंट थे वो भी ठीक हो गए इनसे, तो इसीलिए यहाँ पर आए। अमापुर से आए रोहतक से, बहुत ठीक सलाह मिल रही जी, बहुत बढ़िया है। इसमें जो इसका इलाज करवाओगे सब आराम होगा। इसका पूरे गांव में लिया कर दी, इससे पता इलाज करवा था उसने। पहला उसने मेडिकल की भी खाई थी, मैंने भी खाई मेडिकल की, रिश्ता आराम होया है जी। मैंने मेडिकल से भी इलाज करवाया और भी करवाया कई जगह तक, पर आराम आड़े ते मिल लिया है मैंने। ਮੈਂ ਬੇਸਿਕਲੀ ਤਾਂ ਉਸ ਤਾਂ ਬਠਿੰਡੇ ਤੋਂ ਬਿਲੋਂਗ ਕਰਦੇ ਹਾਂ, ਬਟ ਮੈਂ USA ਤੋਂ ਟੈਕਸਸ ਤੋਂ ਆਏ ਹਾਂ ਅਸੀਂ। ਮੈਂ ਜੀ ਡਾਇਗਨੋਸ ਹੋਇਆ ਸੀਗਾ 2017 ਦੇ ਵਿੱਚ CKD, ਤੇ ਜਦੋਂ ਲਾਸਟ 4 ਮੰਥ ਪਹਿਲਾਂ ਮੈਨੂੰ ਪਤਾ ਲੱਗਿਆ ਵੀ ਮੈਂ ਸਟੇਜ 4 ਤੇ ਆ CKD। ਮੇਰੀ ਕਿਡਨੀ 24% ਰਹਿ ਗਈ ਸੀਗੀ EGFR, ਤੇ ਡਾਕਟਰ ਸਾਹਿਬ ਦੀ ਮੈਡੀਸਨ ਚਲਾਈ ਤੋਂ ਬਾਅਦ 2 ਮੰਥ ਹੋਏ ਸੀ ਆਪਣੀ ਮੈਡੀਸਨ ਲੈਂਦੇ ਨੂੰ, ਤੇ ਹੁਣ ਆਪਣਾ EGFR 35 ਹੋ ਗਿਆ ਰਾਈਟ ਨਾਓ, ਤੇ ਮੈਨੂੰ ਕਾਫੀ ਰਿਲੀਫ ਆ ਉਹ ਚੀਜ਼ ਤੋਂ। ਹਾਂਜੀ, ਸਪੈਸ਼ਲ ਹਾਂਜੀ ਟਰੀਟਮੈਂਟ ਕਰਾਉਣਾ, ਕਿਉਂਕਿ US ਦੇ ਵਿੱਚ ਮੇਰਾ ਟਰੀਟਮੈਂਟ ਚੱਲਦਾ ਸੀਗਾ। ਉਹਨਾਂ ਨੇ ਇਹ ਕਹਿਤਾ ਸੀ ਵੀ ਇਹਦੀ ਕੋਈ ਲਾਈਕ ਸਪੈਸੀਫਿਕ ਮੈਡੀਸਨ ਹੈ ਨਹੀਂ ਗੀ ਇਹਦੀ, ਤੇ ਜਾਂ ਤਾਂ ਇਹਦੇ ਸਿਰਫ 2 ਹੀ ਆ, ਜਾਂ ਤਾਂ ਡਾਇਲਿਸਿਸ ਤੇ ਅਦਰਵਾਈਜ਼ ਕਿਡਨੀ ਟ੍ਰਾਂਸਪਲਾਂਟ, ਹੋਰ ਕੋਈ ਆਪਸ਼ਨ ਨਹੀਂ ਹੈਗੀ। ਤੇ ਫਿਰ ਮੈਂ ਡਾਕਟਰ ਸਾਹਿਬ ਦੇ ਰਿਵਿਊ ਪੜ੍ਹੇ ਸੀਗੇ, ਟੈਸਟਮੋਨੀਅਲ ਆਨਲਾਈਨ, ਫਿਰ ਮੈਂ ਤੇ ਮੇਰੀ ਵਾਈਫ ਫਿਰ ਅਸੀਂ ਵਿਜ਼ਿਟ ਕੀਤਾ ਰਾਈਟ ਵੇ ਇੱਥੇ ਇੰਡੀਆ 'ਚ। ਹਾਂਜੀ, ਇੱਥੋਂ ਦੀ ਐਕਚੁਅਲੀ ਮੈਂ ਜਦੋਂ ਕਾਫੀ ਨਰਵਸ ਹੋ ਗਏ ਸੀ ਜਦੋਂ ਪਤਾ ਲੱਗਿਆ ਸੀਗਾ ਵੀ CKD ਹੈ, ਇੱਕਦਮ ਵੀ ਸਾਰੀ ਫੈਮਿਲੀ ਨੇ ਇੱਦਾਂ ਹੋ ਗਿਆ। ਤੇ ਫਿਰ ਮੈਂ ਆਨਲਾਈਨ ਸਰਚ ਕੀਤਾ ਕਈ ਵਾਰ, ਤੇ ਫਿਰ ਮੈਨੂੰ ਪਲੈਨਟ ਆਯੁਰਵੇਦਾ ਦਾ ਹੀ ਆ ਗਈਆਂ ਵੀਡੀਓ ਜ਼ਿਆਦਾ, ਟੈਸਟਮੋਨੀਅਲ ਰੀਅਲ ਲੋਕਾਂ ਦੇ, ਕੁਝ ਮੋਗੇ ਸਾਈਡ ਤੋਂ ਸੀ, ਕੁਝ ਬਠਿੰਡਾ ਸਾਈਡ ਤੋਂ ਸੀਗੇ, ਤੇ ਉੱਥੋਂ ਮੈਨੂੰ ਪਤਾ ਲੱਗਿਆ ਸੀ। ਹਾਂਜੀ, ਸਾਨੂੰ ਤਾਂ ਬਹੁਤ ਵਧੀਆ ਲੱਗਦਾ ਜੀ। ਅਸੀਂ ਤਾਂ ਕਿਹੜਾ ਤਾਂ ਐਂ ਹੋ ਗਿਆ ਸੀਗਾ ਵੀ ਮਤਲਬ ਟ੍ਰਾਂਸਫਰ ਕਰਾਉਣੀ ਆ, ਮੈਂ ਆਪਦੇ ਟੈਸਟ ਕਰਵਾ ਲਏ ਸੀ ਵੀ ਚਲੋ ਟ੍ਰਾਂਸਫਰ ਕਰਾਉਣੀ ਪੈਣੀ ਆ ਹੁਣ, ਵੀ ਹੋਰ ਕੋਈ ਹੱਲ ਹੀ ਨਹੀਂ। ਫਿਰ ਸੋਚਿਆ ਵੀ ਚਲੋ ਆਪਾਂ 15 ਦਿਨ ਦਵਾਈ ਲੈ ਕੇ ਦੇਖੋ। ਇਹ ਡਾਕਟਰ ਸਾਹਿਬ ਕਹਿੰਦੇ ਤੁਸੀਂ ਐਂ ਕਰੋ, ਮਹੀਨੇ ਦੀ ਦਵਾਈ ਲੈ ਜਾਓ। ਇਹ ਕਹਿੰਦੇ 15 ਦਿਨ ਦੀ ਵੀ ਲੈ ਕੇ ਜਾਵਾਂਗੇ, ਕੀ ਹੈ ਕੋਈ ਫਰਕ ਪੈ ਗਿਆ ਤਾਂ ਠੀਕ ਹੈ, ਤਾਂ ਨਹੀਂ ਤਾਂ ਫਿਰ ਟ੍ਰਾਂਸਫਰ ਕਰਾਉਣੀ। ਪਹਿਲੇ 15 ਦਿਨ ਹੀ ਹੋਇਆ ਸੀ ਕੁਲਦੀਪ ਆਪਣਾ 30 ਹੋ ਗਿਆ ਮਤਲਬ ਕਿਡਨੀ ਦਾ ਕੀ EGFR, ਤੇ ਜਿਹੜਾ ਕ੍ਰੀਟਿਨਾਈਨ ਸੀਗਾ ਉਹ ਸੀਗਾ 3.1, ਉਹ ਘਟ ਕੇ ਰਹਿ ਗਿਆ ਸੀ 2.3। ਯਾਨੀ 15 ਦਿਨਾਂ 'ਚ ਇੰਨਾ ਫਰਕ ਪਿਆ। ਫਿਰ ਦੂਜੇ 15 ਦਿਨਾਂ 'ਚ 3 ਦਾ ਫਰਕ ਪਿਆ, ਫਿਰ ਦੂਜੇ ਦਿਨ 2 ਦਾ ਫਰਕ ਪਿਆ। ਯਾਨੀ ਇਸ ਟਾਈਮ 35% ਕਿਡਨੀ ਕੰਮ ਕਰ ਰਹੀ ਹੈ, ਤੇ ਬਹੁਤ ਵਧੀਆ ਲੱਗਿਆ ਸਾਨੂੰ। ਇੰਨੇ ਥੋੜ੍ਹੇ ਟਾਈਮ 'ਚ ਤਾਂ ਇੰਨਾ ਫਰਕ ਪੈਣਾ ਨਹੀਂ। ਕੋਈ ਵੀ ਬੰਦਾ ਸਾਨੂੰ ਇਹ ਕਹਿੰਦੇ ਨਹੀਂ ਸੀਗਾ, ਡਾਕਟਰ ਵੀ ਕਹਿੰਦੇ ਸੀਗੇ ਵੀ ਫਰਕ ਪੈ ਨਹੀਂ ਸਕਦਾ। ਤੇ ਹੁਣ ਜਿਹੜੀਆਂ ਅਸੀਂ ਰਿਪੋਰਟਾਂ ਕਰਾਉਂਦੇ ਲਾਲ ਪਾਸ ਤੋਂ ਕਰਾ ਰਹੇ ਹਾਂ, ਕੋਈ ਰਿਪੋਰਟਾਂ ਤਾਂ ਗਲਤ ਕਰ ਨਹੀਂ ਰਹੀਆਂ ਵੀ, ਨਾ ਤਾਂ ਕੋਈ ਬੰਦਾ ਕੋਈ 'ਚ ਵੀ ਚੀਜ਼ ਭਰ ਕੇ ਪਾ ਦੇ, ਜਮਾਂ ਸਹੀ ਚੱਲਦਾ ਜੀ। ਸਾਨੂੰ ਤਾਂ ਪੂਰਾ ਵਧੀਆ, ਤਾਂ 2-3 ਮਹੀਨੇ ਇੱਥੇ ਲਾ ਕੇ ਇਲਾਜ ਕਰਾਉਣ ਆਏ ਆ ਸਪੈਸ਼ਲ, ਹੋਰ ਸਾਨੂੰ ਕੰਮ ਹੀ ਨਹੀਂ ਸੀ ਕੋਈ ਇੱਥੇ। ਇਹਨਾਂ ਨੇ ਕਿਤੇ ਦੇਖਿਆ ਸੀਗਾ ਡਾਕਟਰ ਸਾਹਿਬ ਦਾ, ਸਾਨੂੰ ਬਹੁਤ ਵਧੀਆ ਲੱਗਿਆ ਜੀ। ਹਾਂ, ਕੋਈ ਵੀ ਕਮੀ ਨਹੀਂ ਆਏ ਲੱਗੀ ਪੂਰਾ। ਡਾਕਟਰ ਸਾਹਿਬ ਵੇਖਦੇ ਵੀ ਬੜੇ ਤਰੀਕੇ ਨਾਲ, ਨਹੀਂ ਵੀ ਟਾਈਮ ਵੱਧ ਲੱਗ ਜੂ, ਭਾਵੇਂ 200 ਮਰੀਜ਼ ਖੜਾ ਹੋਵੇ, ਇਹਨਾਂ ਨੇ ਕੋਈ ਤੇਜ਼ੀ ਨਹੀਂ ਕਰਨੀ। ਜਿੰਨਾ ਮਰੀਜ਼ ਤੇ ਟਾਈਮ ਲੱਗਣਾ ਉਹਨਾਂ ਲਾਉਣਾ ਹੀ ਲਾਉਣਾ। ਬਹੁਤ ਵਧੀਆ ਲੱਗਦਾ। ਬਾਕੀ ਇੱਦਾਂ ਵੀਰੇ ਜਿੱਦਾਂ ਹੁਣ ਐਲੋਪੈਥੀ ਕਹਿੰਦੀ ਹੈ ਆਪਣੀ CKD ਦੀ, ਕਿਡਨੀ ਕਰੋਨਿਕ ਡਿਜ਼ੀਜ਼ ਦੀ ਕੋਈ ਮੈਡੀਸਨ ਹੈ ਨਹੀਂ ਗੀ, ਬਟ ਆਯੁਰਵੇਦੀ ਆ ਜਿਹੜੀ ਚੀਜ਼ ਕਹਿੰਦੀ ਵੀ ਇਹਦੀ ਮੈਡੀਸਨ ਹੈਗੀ ਆ। ਬਾਕੀ ਆਪਾਂ ਨੂੰ ਉਹ ਚੀਜ਼ ਬਾਰੇ ਪਤਾ ਨਹੀਂ ਹੈਗਾ ਵੀ ਹੋਰ ਬਿਮਾਰੀਆਂ ਦੀ ਹੈਗੀ ਆ ਜਾਂ ਐਲੋਪੈਥੀ 'ਚ ਨਹੀਂ ਹੈਗੀ, ਬਟ ਕਿਡਨੀ ਦੀ ਨਹੀਂ ਹੈਗੀ, ਤੇ ਆਯੁਰਵੇਦ ਦੇ ਵਿੱਚ ਹੀ ਆ ਸਿਰਫ ਕਿਡਨੀ ਦਾ ਇਲਾਜ।
ਸਰ HSP ਦਾ ਹੈਨੋਂਗ ਸ਼ੌਂਗਲੇ ਪਾਪਰਾ ਸਰ 11 ਤੋਂ 12 ਸਾਲ ਹੋ ਗਏ ਸਫਰ ਕਰ ਰਿਹਾ ਸੀਗਾ ਮੈਡੀਸਿਨ ਤੋਂ, ਵਿੱਚ ਹੁੰਦੀ ਸੀ ਸਹੀ ਹੋ ਜਾਂਦਾ ਸੀਗਾ, ਪ੍ਰੋਪਰਲੀ ਕਿਉਰ ਨਹੀਂ ਹੋਇਆ ਸੀਗਾ। ਤੇ ਜਿਵੇਂ YouTube ਤੋਂ ਦੇਖਿਆ ਮੈਂ ਸਰ ਦੇ ਬਾਰੇ, ਵਿਕਰਮ ਚੌਹਾਨ ਦੇ ਬਾਰੇ, ਵਧੀਆ ਲੱਗਿਆ, ਰਿਵਿਊਜ਼ ਵੀ ਬਾਲੇ ਵਧੀਆ ਸੀਗੇ, ਕਿਸੇ ਦਾ ਵੀ ਨੈਗੇਟਿਵ ਹੈ ਨਹੀਂ ਸੀਗਾ। ਤਾਂ ਕਰਕੇ ਇੱਕ ਵਾਰੀ ਮੈਂ ਕੰਸਰਨ ਕਰਨਾ ਜ਼ਰੂਰੀ ਸਮਝਿਆ ਸੀਗਾ ਵੀ ਮੈਂ ਕਿਹਾ ਸਰ ਇੱਕ ਵਾਰੀ ਤਾਂ ਬਣਦਾ ਵੀ ਜ਼ਰੂਰੀ ਆ। ਉਹਨਾਂ ਦਾ ਲੀਵਰ ਫੈਟੀ ਆ, ਉਹਦਾ ਕਰਕੇ ਪਹਿਲਾਂ ਲੁਧਿਆਣੇ ਤੋਂ ਵੀ ਦਵਾਈ ਲੈਤੀ ਸੀ, ਉਹਨਾਂ ਨੂੰ ਕੋਈ ਫਰਕ ਨਹੀਂ ਪਿਆ ਤੇ ਹੁਣ ਇੱਥੋਂ ਲੈਤੀ ਆ। ਮੇਰੇ ਬ੍ਰਦਰ ਦਵਾਈ ਲੈਂਦੇ ਆ ਤੇ ਉਹਨਾਂ ਨੇ ਮੈਨੂੰ ਰეკਮੈਂਡ ਕੀਤਾ ਸੀ ਵੀ ਤੁਸੀਂ ਇੱਥੇ ਆਓ ਤੇ ਮੈਂ ਉੱਥੋਂ ਲੈ ਕੇ ਆਇਆ ਤੇ 20% ਫਾਇਦਾ ਹੋਇਆ। ਤੇ ਪਹਿਲਾਂ ਮਾਤਾ ਜੀ ਨੇ ਆਲਮੋਸਟ 5 ਈਅਰ ਹੋ ਗਏ ਲੁਧਿਆਣੇ ਤੋਂ ਦਵਾਈ ਲੈਂਦੇ, ਮੈਡੀਸਨ ਲੈਂਦੇ ਸੀ। ਉਹਨਾਂ ਨੂੰ ਕੋਈ ਜਦੋਂ ਤੱਕ ਮੈਡੀਸਨ ਲਈ ਜਾਂਦੇ ਸੀ ਉਹ ਤਾਂ ਠੀਕ ਸੀ, ਅਦਰਵਾਈਜ਼ ਜਦੋਂ ਬੰਦ ਕਰ ਦਿੰਦੇ ਸੀ ਸੇਮ ਪ੍ਰੋਬਲਮ ਕ੍ਰੀਏਟ ਹੁੰਦੀ ਸੀ। तो फिर मेरे ब्रदर लेंदे दवाई तो फिर मैं इत्थे असीं कीता 20 डेज होए आ, पर मूवमेंट वो ठीक है, इसलिए हाँ हाँ हैगा 20%। दिसंबर च ही डायग्नोज होया सीगा ते ज़्यादा मतलब सीगा नहीं, बट थोड़ा डर सीगा कि यार एलोपैथिक्स दै रहे सीगे। फिर यूट्यूब ते देखा फादर साहब ने कि आयुर्वेदिक भी हैगा है, तो लास्ट मंथ जनवरी विच 23 ਨੂੰ ਲਿੱਤੀ ਸੀ ਮੈਂ ਫਸਟ ਟਾਈਮ, ਬਟ ਹੁਣ ਹਜੇ 1 ਮੰਥ ਹੀ ਹੋਇਆ, 70% ਰਿਲੀਵ ਕਹਿ ਸਕਦੇ ਹਾਂ ਹੈਗਾ ਐਕਸਪੀਰੀਅੰਸ। ਪਹਿਲਾਂ ਤਾਂ ਮੈਨੂੰ ਲੱਗਦਾ ਸੀਗਾ ਕਿ ਯਾਰ ਐਲੋਪੈਥਿਕ ਜਾਣਾ ਚਾਹੀਦਾ ਕਿ ਨਹੀਂ, ਆਯੁਰਵੈਦਿਕ ਜਾਣਾ ਚਾਹੀਦਾ ਕਿ ਨਹੀਂ, ਬਟ ਸਹੀ ਐਕਸਪੀਰੀਅੰਸ ਵਧੀਆ ਹੈ, ਠੀਕ ਹੈ। ਪਲੈਨਟ ਆਯੁਰਵੇਦਾ ਆਪਣੀ ਵੈਲ ਕੁਆਲੀਫਾਈਡ ਡਾਕਟਰਸ ਦੀ ਟੀਮ ਕਾਰਨ ਵਿਸ਼ਵ ਪ੍ਰਸਿੱਧੀ ਹਾਸਲ ਕਰ ਚੁੱਕਿਆ ਹੈ। मैं डॉक्टर मीनाक्षी चौहान प्लैनेट आयुर्वेदा से, मैं यहाँ पे सीनियर कंसल्टेंट भी हूँ प्लस को ओनर भी हूँ इस कंपनी की। और हमारे पास मैन्युफैक्चरिंग भी होती है आयुर्वेदिक दवाइयों की, प्लस हम ट्रीटमेंट्स ऑल काइंड ऑफ ट्रीटमेंट दे रहे हैं, जैसे क्रॉनिक लिवर फेलियर, किडनी फेलियर, प्लस जिनको आईटीपी की प्रॉब्लम है, अल्सरेटिव कोलाइटिस की प्रॉब्लम है, मतलब जितने भी क्रॉनिक डिजीज़ का आप मुझे नाम बोलोगे सारों के हमारे पास ट्रीटमेंट होते हैं। जहाँ पे एलोपैथिक से लोग बिल्कुल कहते हैं कि अब पेशेंट की सेवा कर लो, इनके 2 महीने रह गए, 4 महीने रह गए, तो हमारे परमात्मा की कृपा है कि हम यहाँ पे क्वालिटी लाइफ उनको दे पाते हैं पेशेंट को, और वो लंबी आयु काट के जाते हैं। और हम प्योरली आयुर्वेदिक जड़ी बूटियाँ, आयुर्वेदिक एक्सट्रैक्ट यूज़ कर रहे हैं, जो बिल्कुल प्रॉपर विधि जैसे हमारे ग्रंथों में चरक सूत्रत में लिखा हुआ है, हम उस हिसाब से दवाई की प्रिपरेशन करते हैं। उसी हिसाब से डॉक्टर विक्रम चौहान ने, ताकि हम क्वालिटी में कॉम्प्रोमाइज़ ना करें, तो हमने ओपीडी के दिन सिर्फ 2 दिन रखे हुए हैं, मंडे ट्यूसडे, बाकी दिन हमारी प्रॉपर प्रोसेसिंग। मान लो कोई हिमालय से दवाई आ रही है, हिमालयन माउंटेन से, कोई केरला से आती है, तो वो प्रॉपर डॉक्टर विक्रम खुद उनको मॉनिटर करते हैं कि प्योर आई है कि ख़राब तो नहीं है, या जड़ी बूटी में मिट्टी तो नहीं है, तो किस वजह से उनकी प्रोसेसिंग होनी है, क्लीनिंग होनी है, तो उसमें पूरा हम लोग खुद इन्वॉल्व होते हैं। देखो, हम किसी चीज़ को फेल करने या वो नहीं है, हमारा सिर्फ कंसर्न ये है कि हम पेशेंट को अच्छा ट्रीटमेंट और क्वालिटी लाइफ, बंदा अच्छा जीवन जी के जाए, वो बेड रिडन ना हो। मान लो कैंसर पेशेंट भी है तो उसको बार बार हम रेडिएशन और कीमो कर करके वो जब तक बेड पे ही नहीं पड़ जाता कि उससे उठना, उसके लिए वॉशरूम जाना भी उसके लिए मुश्किल हो, वैसे ही नहीं, वो चलता फिरता जब तक उसका टाइम है वो अच्छा करता है, खाता पीता है। तो जो हम जड़ी बूटियाँ और भस्मों वाला ट्रीटमेंट देते हैं, जिसमें हम सोने की भस्म, चांदी की भस्म, वो सारी ट्रीटमेंट्स और प्रॉपर बने होते हैं। कुछ लोग कहते हैं कि जी ये भस्म किडनी खराब कर देगी, तो हमारे पास ऐसी ऐसी एग्जाम्पल्स हैं जो 15-15 साल से चांदी की भस्म, सोने की भस्म का सेवन कर रहे हैं और हमारे सेंटर से जुड़े हुए हैं, लेकिन वो एक अच्छी हेल्दी लाइफ जी रहे हैं। देखो, अगर हम अपना 20 साल का एक्सपीरियंस देखें तो हो सकता है हमने लाखों पेशेंट और ऑल ओवर द वर्ल्ड, अमेरिका, कनाडा, ऑस्ट्रेलिया, प्लस इंडिया में हमारे साउथ इंडिया के पेशेंट्स सुबह फ्लाइट लेके आते हैं, शाम को चले जाते हैं, इस तरह के पेशेंट्स हैं। एंड दे आर टेकिंग रेगुलर मेडिसिन। वो अपने मेडिसिन मान लो एक बार दिखा के जाते हैं तो 4 महीने की कोरियर से भी बाद में मंगवाते रहते हैं। देखो जी, प्रॉपर आयुर्वेदिक विधि से बनी हुई दवाइयाँ मैटर करती है ना। अगर हम सोचें कि हमें एक आधी जड़ी बूटी से पेशेंट को ठीक करना है, पेशेंट कई बार हमें कहता है कि जी आपने 20 दवाइयाँ लिख दी, हम खाएंगे कैसे? तो हम उनको यही समझाते हैं कि जिस तरह हम मान लो एक अच्छी दाल या सब्जी या कड़ी बनाने के लिए हम उसमें हींग भी डालते हैं, हम जीरा भी डालते हैं, मेथी दाना भी डालना है, तो उस हिसाब से पूरा कॉम्बिनेशन ऑफ जो जड़ी बूटियाँ हमने देनी है ना और भस्में देनी है, उसी ने काम करना है। हमें पेशेंट काउंसलिंग के लिए भी एक अलग डॉक्टर हमारा बैठा होता है जो पहले पेशेंट की काउंसलिंग करता है कि ये ट्रीटमेंट आपने एलोपैथिक से कंपेयर नहीं करना। एलोपैथिक में तो आपने पूरे दिन में एक एंटीबायोटिक की 5 mg वाली गोली खानी है, और यहाँ पे आपको
20 दवाइयाँ खानी है तभी आपका सिस्टम सेट होगा। वो 20 दवाई आपको सुबह भी खानी है और शाम को भी वो गोलियाँ कईयों को मैं गाइड करती हूँ, आप ये सोचो बचपन में जैसे हम मिट्टी वो जेम्स वाली गोलियाँ खाते थे रंग बिरंगी, वैसे ही आपको आयुर्वेदिक वाली आपने इकट्ठे समझ के खानी है और इनका कोई साइड इफेक्ट नहीं है। क्योंकि बार बार हमसे यही पूछा जाता है जी इसमें साइड इफेक्ट तो नहीं हो जाएगा, हमारे ये तो नहीं खराब हो जाएगा, लिवर में तो नहीं खराबी आ जाएगी। तो हम उनको यही समझाते हैं कि ये पॉजिटिव इफेक्ट देने वाली पैथी है, इसका कोई साइड इफेक्ट नहीं है, इसका साइड बेनिफिट मिलेगा। हमारे पास जी अभी 14 डॉक्टर्स की टीम है एंड दे आर डूइंग वेरी वेल। डॉक्टर विक्रम उनको रेगुलर उनकी क्लासेस भी लेते हैं। बीच में एक दिन हमने फिक्स किया हुआ है जब हम उन्हें प्रॉपर प्रोसेसिंग भी दिखाते हैं प्लस लेक्चर्स देते हैं कि आपने किस डोज में किस मात्रा में कौन सी दवाई कब बढ़ानी है कब घटानी है, एक मेडिसिन को कितनी लिमिट तक आप दे सकते हो, उसके बाद एक्सीड नहीं करना है। तो पूरी उनको गाइडेंस कॉलेज में तो वो सिर्फ अपने एग्जाम के हिसाब से एकेडमिक पढ़ के आए होते हैं, बट उनको प्रैक्टिकल एक्सपीरियंस प्लैनेट आयुर्वेदा पूरी कोशिश करता है कि वो डॉक्टर आने वाले टाइम में जहाँ पे भी अपनी क्लिनिक खोले तो वो बहुत कामयाब डॉक्टर बने। देखो जी मिक्स्ड तो रहते हैं, हर डॉक्टर का पूरा सक्सेस रेट तो नहीं होता, कहीं ना कहीं कुछ पेशेंट कंप्लेनिंग मोड में भी होते हैं, बट टच वुड 90% ऑफ द पेशेंट्स कम बैक विद अ वेरी पॉजिटिव फीडबैक कि जी हमें बहुत आराम आ गया है, हमें इसका पहले क्यों नहीं पता लगा। कुछ लोग पश्चाताप भी कर रहे होते हैं कि हमें इतना लेट क्यों पता लग रहा है, लेकिन फिर भी हम उन्हें कहते हैं कि आपका बेस्ट ट्रीटमेंट दिया जाएगा और गॉड विलिंग आप जल्दी ठीक हो जाओगे। देखो जो ट्रेडिशनल मेथड लिप टू लिप जाता है कि एक से दूसरे तक पहुंचते हैं वो तो चल ही रहा है, बट हाँ जैसे आजकल सोशल मीडिया का ज़माना है तो ऑनलाइन से हम पुराने टाइम में एकदम से इंटरनेशनल पेशेंट नहीं पहुंच सकता था, बट विद गॉड ग्रेस बिकॉज ऑफ इंटरनेट एंड एवरीथिंग, सोशल मीडिया की डिजिटल मार्केटिंग और उन सब से पेशेंट को बहुत जल्दी वो खबर, रादर बाहर के पेशेंट कई बार अपने पंजाब के रिश्तेदार को फ़ोन करते हैं कि जी हम प्लैनेट से दवाई मंगा रहे हैं, आप क्यों नहीं, आपके तो पास है 2 घंटे का। बहुत पेशेंट ऐसे हैं जो वो फिर बाद में जो उनका पंजाब का बंदा उनके लिए दवाई लेने आया होता है कि हम खुद कोरियर कर देंगे, वो फिर अपने अभी दवाइयाँ साथ में लेके जाते हैं। मैं डॉक्टर रोहिणी हूँ। मैं एज असिस्टेंट डॉक्टर यहाँ पे डॉक्टर विक्रम और डॉक्टर मीनाक्षी के अंडर जो है वो काम कर रहे हैं। हमें हर तरीके के पेशेंट्स जो हैं वो डेली बेसिस पे मिलते हैं, जिसमें ऑलमोस्ट बॉडी का ऐसा कोई सिस्टम नहीं होगा जो इन्वॉल्व नहीं है, चाहे वो गायनी के पेशेंट्स हों, चाहे वो रेस्पिरेटरी सिस्टम के पेशेंट्स हों, चाहे लीवर के हों, किडनी के हों। हमारी जो टीम ऑफ डॉक्टर्स हैं हम हर तरीके के पेशेंट के साथ जो है वो डील कर रहे हैं। एंड नो डाउट जैसे कि मैम ने पहले बताया, यहाँ पे क्रॉनिक से क्रॉनिक पेशेंट आते हैं एंड दे आर डूइंग रियली वेल। वो बहुत अच्छा कर रहे हैं आयुर्वेदिक दवाई के साथ, क्योंकि ऑब्वियसली दवाई की प्योरिटी जो है वो बहुत मैटर करती है। ऐसा वैसे कोई जो है वो डिजीज़ हो नहीं सकता जिसका हमारे पास हल नहीं है, क्योंकि हमारे ग्रंथों में एक चीज़ बहुत स्पेसिफिकली जो है वो लिखी हुई है कि कभी भी हमने जो है वो नाम के पीछे नहीं दौड़ना बीमारी के, कि जो बीमारी है उसका नाम क्या है। हमने जो शरीर के दोष हैं वात पित्त कफ, उसके अकॉर्डिंग उसका पूरा जो है वो लेवल एक तरीके से नाप के आप ऐसा समझ लो, उसके अकॉर्डिंग हमने पेशेंट की जो है और पेशेंट की प्रकृति के अकॉर्डिंग हमने पेशेंट की चिकित्सा करनी है। जब स्टार्टिंग में पेशेंट आता है, पेशेंट बहुत जगह से जो है वो धक्के खा के आता है। पेशेंट को सेटिस्फाई करना नो डाउट स्टार्टिंग में बहुत मुश्किल होता है, वो बहुत ज़्यादा इम्पेशेंट होते हैं, उनको बार बार एक ही चीज़ समझानी पड़ती है कि काइंडली पेशेंट्स जो है वो रखें, क्योंकि आयुर्वेद के साथ चीज़ें समटाइम्स जो हैं वो स्लो चलती हैं। आप अपनी डाइट मॉडिफाई करेंगे, आप अपना लाइफस्टाइल मॉडिफाई करेंगे, बेसिकली आप पूरा का पूरा खुद को मॉडिफाई करेंगे। अगर कोई 25 साल का है, जो 25 साल में उसने किया है उसमें से उसको 90% चीज़ें मॉडिफाई करनी पड़ेंगी। तो दिखती सी बात है कि चीज़ें जो हैं वो एक स्लो प्रोसेस में जाती हैं और चीज़ें कई बार टाइम लेती हैं, बट पेशेंट को बहुत अच्छे रिजल्ट्स मिलते हैं। चीज़ यही है कि पेशेंट को जो बताया गया है अगर पेशेंट फॉलो करे तो। सर यूजुअली जो है वो पेशेंट की प्रकृति पे, पेशेंट कितने टाइम से उस डिजीज़ के साथ ग्रस्त है, पेशेंट को और कोई मेटाबॉलिक डिसऑर्डर तो नहीं है, इन सब फैक्टर्स के ऊपर पेशेंट की रिकवरी और दवाई कितने टाइम में इफेक्ट दिखाना शुरू करेगी, वो सब चीज़ें मैटर करती हैं। नो डाउट सर, मेडिसिन और डाइट दोनों जो है वो 50-50 रोल प्ले करते हैं। अगर कोई पेशेंट डाइट फॉलो नहीं कर रहा है, वो सोचेगा मैं दवाई खा के सिर्फ ठीक हो जाऊँगा, तो ऐसा नहीं होता। अगर पेशेंट जो है वो दोनों चीज़ें फॉलो कर रहा है तो नो डाउट पेशेंट टाइम लगा के ठीक होगा, बट पेशेंट ज़रूर ठीक होगा। मेरा नाम डॉक्टर कफ़ी है और मैं यहाँ पे असिस्टिंग टीम में डॉक्टर हूँ और यहाँ पे एक्सपीरियंस काफ़ी ज़्यादा सीखने को मिला है मुझे, क्योंकि पेशेंट्स जो हैं प्योरली आयुर्वेदिक ट्रीटमेंट से ट्रीट किए जाते हैं। बहुत सारी जगहों पे ट्रीटमेंट का दावा तो किया जाता है, बट जो ट्रू आयुर्वेदिक ट्रीटमेंट होता है वो बहुत ही रेयर हॉस्पिटल्स में मिल रहा है। यहाँ के प्रोडक्ट्स भी इतने ज़्यादा वैलिड और प्योर होते हैं कि ऑब्वियसली उससे जो है हेल्थ बेनिफिट होती ही होती है। बाकी जो है डाइट
अगर पेशेंट अपनी हमारे अकॉर्डिंग जो हम उनको एडवाइस करते हैं उसके अकॉर्डिंग चले और जो मेडिसिन है वो भी ले तो डेफिनेटली उसकी हेल्थ को बेनिफिट होता ही है। और मैक्सिमम पेशेंट्स जो हमने देखे हैं वो सेटिस्फाई ही होके जाते हैं। जैसे बहुत सारे पेशेंट्स लिवर के आते हैं यहाँ पे, तो वो बहुत ज़्यादा परेशान हो चुके होते हैं एलोपैथिक ट्रीटमेंट से या और फ्रॉड डॉक्टर्स के पास जाके भी। यहाँ पे आने के बाद अपनी डाइट मॉड्यूलेशंस, लाइफस्टाइल को चेंज करके हमारी एडवाइस के अकॉर्डिंग चलने पे और जो प्लैनेट आयुर्वेदा के प्रोडक्ट्स हैं उनको जो है इनटेक करके बहुत ज़्यादा अपनी जो हेल्थ में बेनिफिट देखता है वो खुद भी पेशेंट। तो इसीलिए जो प्रोडक्ट्स हैं बहुत सारी जगह अवेलेबल हैं, बट क्वालिटी ऑफ प्रोडक्ट्स जो है वो मैटर करती है और जितनी अच्छी क्वालिटी होगी उतना ही अच्छा रिजल्ट मिलेगा। इसीलिए यहाँ पे जो है काफ़ी अच्छा पेशेंट्स जो हैं सेटिस्फाई होके ही जाते हैं। मेरा नाम डॉक्टर मनदीप सिंह है और मैं ऑलमोस्ट पिछले 1 साल से प्लैनेट आयुर्वेदा में अंडर द गाइडेंस ऑफ डॉक्टर विक्रम चौहान और डॉक्टर मीनाक्षी मैम काम कर रहा हूँ। एंड यहाँ पे काफ़ी पेशेंट देखने को मिलते हैं। मोस्ट प्रोबेबली मेरे पास जो पेशेंट आते हैं वो अल्सरेटिव कोलाइटिस के आते हैं। तो मैंने अपने पर्सनल एक्सपीरियंस में देखा है कि मतलब अल्सरेटिव कोलाइटिस के पेशेंट में मेनली क्या दिक्कत होती है कि एक मोशन और ब्लड। तो मतलब यहाँ की जो क्वालिटी ऑफ प्रोडक्ट्स है बहुत अच्छी बात है क्या। और जो मतलब पेशेंट काफ़ी जगह से धक्के खा के आए होते हैं, मतलब काफ़ी आयुर्वेदिक मेडिसिन पहले भी ट्राई करके आए होते हैं तो उनको फ़र्क नहीं पड़ा होता है। तो उनकी जो है वो थोड़ा बहुत विश्वास उठ जाता है कि हाँ आयुर्वेदा में रिलीफ मिलेगा या नहीं मिलेगा। लेकिन प्लैनेट आयुर्वेदा में आने के बाद आफ्टर ट्रीटमेंट ऑफ 15-20 दिन बाद उनको जो है सिम्टोमेटिकली जो रिलीफ पड़ना स्टार्ट हो जाता है और बहुत अच्छे रिजल्ट्स भी देखने को मिलते हैं उनको। और जो मतलब मॉडर्न मेडिसिन में बोलते हैं कि अल्सरेटिव कोलाइटिस जो है वो मतलब सारी उम्र आपको एक ही दवाई खानी पड़ेगी और कभी ठीक नहीं हो पाओगे। लेकिन आयुर्वेदा में मैंने खुद देखा है कि मतलब जो पेशेंट 15-15, 20-20 सालों से इस बीमारी से ग्रसित है वो विद इन मतलब 5 to 6 मंथ्स जो मतलब 90% क्योर तो हो ही जाते हैं। तो आयुर्वेदिक मेडिसिन थोड़ा टाइम लेती है तो ऑलमोस्ट मतलब 1 ईयर तक जो है मतलब काफ़ी अच्छे रिजल्ट्स मिलते हैं और मतलब पेशेंट्स काफ़ी अच्छे मतलब हैप्पी होके जाते हैं। सर मेरा नाम डॉक्टर शिवानी शर्मा है। मैं यहाँ पे पिछले 2 साल से काम कर रही हूँ अंडर द गाइडेंस ऑफ डॉक्टर विक्रम चौहान एंड डॉक्टर मीनाक्षी मैम। और ये मेरी जो स्पेशलाइजेशन है वो आईटीपी, इम्यून थ्रोम्बोसाइटोपिनिया। तो हमारे पास यहाँ पे बहुत सारे ऐसे पेशेंट्स हैं जो जिनमें आईटीपी की दिक्कत होती है और वो इंस्टेंट उनको रिलीफ मिलता है आयुर्वेदिक मेडिसिन से। एंड जो यहाँ पे मेडिसिन हैं वो सारी टोटली आयुर्वेदिक हैं, कोई भी उसमें कुछ भी ऐसा प्रिजर्वेटिव वगैरह ऐसा नहीं है। सो रिजल्ट्स ज़्यादा फ्रीक्वेंट तब होते हैं जब पेशेंट डाइट फॉलो करते हैं। तो जो पेशेंट्स डाइट फॉलो करते हैं, जैसे जितनी जल्दी वो डाइट फॉलो करेंगे उतनी जल्दी उनको जो है वो रिलीफ मिलता है। एंड वी हैव सीन कि बहुत सारे पेशेंट्स मतलब जिनको 2 महीने के अंदर या 1 महीने के अंदर जो है वो बहुत जल्दी रिलीफ मिल जाता है। ਸਤਿ ਸ਼੍ਰੀ ਅਕਾਲ, ਵਿਜ਼ਨ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ। ਮੈਂ ਸਤਵਿੰਦਰ ਸਿੰਘ ਰੰਧਾਵਾ। ਅੱਜ ਅਸੀਂ ਪਲੈਨਟ ਆਯੁਰਵੇਦਾ ਦੇ ਦਫ਼ਤਰ ਦੇ ਵਿੱਚ ਬੈਠੇ ਹਾਂ। ਬਹੁਤ ਨਾਮ ਸੁਣਿਆ, ਬਹੁਤ ਮਰੀਜ਼ ਵੀ ਆਉਂਦੇ ਨੇ ਉਰੇ। ਖਾਸੀਅਤ ਕੀ ਹੈ ਇੱਥੋਂ ਦੇ ਐਮਡੀ ਡਾਕਟਰ ਵਿਕਰਮ ਸਿੰਘ ਚੌਹਾਨ ਤੋਂ ਹੀ ਜਾਣਦੇ ਹਾਂ। ਸਵਾਗਤ ਤੁਹਾਡਾ ਸਰ। ਹਾਂਜੀ, ਥੈਂਕ ਯੂ ਜੀ ਸਰ। ਸੋ ਮੈਂ ਬੜਾ ਸੁਣਿਆ ਪਲੈਨਟ ਆਯੁਰਵੇਦਾ ਬਾਰੇ। ਕਹਿੰਦੇ ਮਰੀਜ਼ ਬਹੁਤ ਦੂਰੋਂ ਦੂਰੋਂ ਆਉਂਦੇ ਨੇ, ਯੂਐਸ ਦੇ ਮਰੀਜ਼ ਵੀ ਇੱਥੇ ਆ ਕੇ ਇਲਾਜ ਕਰਦੇ ਨੇ। ਸੋ ਖਾਸੀਅਤ ਕੀ ਹੈ ਇੱਥੋਂ ਦੀ? ਦੇਖੋ ਜੀ, ਜਦੋਂ ਪਲੈਨਟ ਆਯੁਰਵੇਦਾ ਮੈਂ ਸੋਚਿਆ ਸੀ ਨਾਮ ਸੰਸਥਾ ਦਾ, ਉਦੋਂ ਸੋਚਿਆ ਸੀ ਆਯੁਰਵੇਦਾ ਸਾਡੇ ਇੰਡੀਆ ਦੀ ਬੜੀ ਇੱਕ ਗੂੜੀ ਸਾਇੰਸ ਹੈ ਨਾ, ਬੜਾ ਪੁਰਾਣਾ ਸਾਡਾ ਖਜ਼ਾਨਾ ਹੈ। ਤੇ ਉਹਨੂੰ ਪੂਰੇ ਪਲੈਨਟ 'ਤੇ ਮੈਂ ਸਪਰੈਡ ਕਰਨਾ ਚਾਹੁੰਦਾ ਸੀ। ਇਸ ਲਈ ਮੈਂ ਚਾਹੁੰਦਾ ਸੀ ਕਿ ਇਕੱਲੇ ਇੰਡੀਆ ਦੇ ਲੋਕ ਨਹੀਂ, ਬਾਹਰ ਦੇ ਲੋਕ ਵੀ ਇਸ ਚੀਜ਼ ਦਾ ਫਾਇਦਾ ਉਠਾਉਣ। ਤੇ ਇਸ ਲਈ ਮੈਂ ਪਲੈਨਟ ਆਯੁਰਵੇਦਾ ਇਹਦਾ ਨਾਂ ਰੱਖਿਆ ਸੀ। ਤੇ ਹੁਣ ਪੂਰੇ ਵਰਲਡ 'ਚ ਕਈ ਕੰਟਰੀ 'ਚ ਅਸੀਂ ਸਾਡੇ ਆਫਿਸਿਸ ਨੇ, ਸਾਡੇ ਡਿਸਟਰੀਬਿਊਟਰ ਨੇ, ਸਾਡੇ ਪ੍ਰੋਡਕਟਸ ਉੱਥੇ ਅਵੇਲੇਬਲ ਨੇ। ਅਮਰੀਕਾ, ਕੈਨੇਡਾ, ਯੂਰਪ, ਸਿੰਗਾਪੁਰ, ਮਲੇਸ਼ੀਆ, ਸਾਰੇ ਪਾਸੇ, ਆਸਟ੍ਰੇਲੀਆ ਵਗੈਰਾ। ਤੇ ਇਹਦਾ ਮਤਲਬ ਇਹੀ ਸੀਗਾ, ਪਰਪਸ ਇਹੀ ਸੀ ਕਿ ਸਾਰੇ ਪਲੈਨਟ 'ਤੇ ਅਸੀਂ ਆਯੁਰਵੇਦ ਨੂੰ ਫੈਲਾਈਏ ਔਰ ਘਰ ਘਰ ਆਯੁਰਵੇਦ ਨੂੰ ਪਹੁੰਚਾਈਏ। ਸੋ ਡਿਫਰੈਂਟ ਕਿਸ ਤਰ੍ਹਾਂ ਐਲੋਪੈਥਿਕ ਮੈਡੀਸਿਨਸ ਹੁੰਦੀਆਂ ਨੇ, ਇੱਕ ਆਯੁਰਵੇਦਾ। ਸੋ ਟਾਈਮ ਵੀ ਜ਼ਿਆਦਾ ਲੈਂਦੀ ਹੈ ਆਯੁਰਵੇਦਾ। ਡਿਫਰੈਂਸ ਕਿਵੇਂ? ਕਿਉਂਕਿ ਐਲੋਪੈਥੀ ਤਾਂ ਕਹਿੰਦੇ ਬਹੁਤ ਜਲਦੀ ਰਿਲੀਫ ਕਰਦੀ ਹੈ ਬੋਡੀ ਨੂੰ, ਤੇ ਤੁਸੀਂ ਕਿਉਂ ਆਯੁਰਵੇਦਾ ਦੇ ਵਿੱਚ ਜ਼ਿਆਦਾ ਰੁਝਾਨ ਰੱਖਦੇ? ਦੇਖੋ ਜੀ, ਇਹ ਬਿਲਕੁਲ ਗਲਤ ਧਾਰਨਾ ਹੈ ਕਿ ਆਯੁਰਵੈਦਿਕ ਦਵਾਈ ਬੜਾ ਲੇਟ ਕੰਮ ਕਰਦੀ ਹੈ। ਆਯੁਰਵੈਦਿਕ ਨੈਚੁਰਲ ਹੈ ਔਰ ਬਿਲਕੁਲ ਕੁਦਰਤੀ ਚੀਜ਼ਾਂ ਨਾਲ ਬਣਦੀ ਹੈ। ਜਿੱਦਾਂ ਜੰਗਲ 'ਚ ਜੜੀਆਂ ਬੂਟੀਆਂ ਉੱਗਦੀਆਂ ਨੇ, ਤੁਹਾਨੂੰ ਮੈਂ ਕਹਾਂਗਾ ਆਪਣੇ ਮੂੰਹ 'ਚ ਅਦਰਕ ਪਾਓ, ਲਾਲ ਮਿਰਚ ਪਾਓ, ਹਰੀ ਮਿਰਚ ਪਾਓ, ਕਾਲੀ ਮਿਰਚ ਪਾਓ, ਤੇ ਅਸਰ ਕਰਦੀ ਹੈ ਕਿ ਨਹੀਂ? ਕਿੰਨੀ ਦੇਰ ਬਾਅਦ ਅਸਰ ਕਰਦੀ ਹੈ? ਤੇ ਇੱਦਾਂ ਹੀ ਸਾਡੀਆਂ ਗੁੱਗਲਾਂ ਹੈਗੀਆਂ ਨੇ, ਬੜੀ ਛੇਤੀ ਦਰਦਾਂ ਦੂਰ ਕਰਦੀਆਂ ਨੇ ਬੋਡੀ 'ਚ। ਹੋਰ ਜੇ ਕਿਸੇ ਦਾ ਲਿਵਰ ਖਰਾਬ ਹੈ, ਕੁਟਕੀ ਹੈ, ਬ੍ਰਿੰਗਰਾਜ ਹੈ, ਬੜੀ ਛੇਤੀ ਅਸਰ ਹੁੰਦਾ। ਔਰ ਵਿਦਿਨ ਵੀਕਸ, ਵਿਦਿਨ ਡੇਜ਼, ਵਿਦਿਨ ਵੀਕਸ ਪੇਸ਼ੈਂਟ ਜਿਹੜਾ ਉਹ ਕਹਿੰਦਾ ਮੈਨੂੰ ਫਰਕ ਪੈ ਰਿਹਾ।
ਤੇ ਇਸ ਤਰ੍ਹਾਂ ਆਯੁਰਵੇਦ ਜਿਹੜਾ ਨਾ ਇਹ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਕਾਫੀ ਟਾਈਮ ਲੱਗਦਾ ਹੈ, ਪਰ ਕੋਈ ਐਸੀ ਗੱਲ ਨਹੀਂ ਹੈਗੀ, ਬੜੀ ਛੇਤੀ ਅਸਰ ਹੁੰਦਾ। ਕਿਹੜੀ ਬਿਮਾਰੀ ਦਾ ਇਲਾਜ ਹੁੰਦਾ ਪਲੈਨਟ ਆਯੁਰਵੇਦਾ ਦੇ ਵਿੱਚ? ਦੇਖੋ ਇੱਥੇ ਬਹੁਤ ਸਾਰੀਆਂ ਆਟੋ ਇਮਿਊਨ ਡਿਸਆਰਡਰਸ ਹੈਗੇ ਨੇ, ਜਿੱਦਾਂ ਕਿ ਸਕਿਨ ਸੋਰੀਆਸਿਸ ਹੋ ਗਿਆ ਹੈ ਨਾ, ਲਿਵਰ ਫੇਲੀਅਰ ਹੋ ਗਿਆ, ਔਰ ਆਈਟੀਪੀ ਬਲੱਡ ਡਿਸਆਰਡਰ ਹੋ ਗਏ, ਬਲੱਡ ਟਿਊਮਰ, ਬਲੱਡ ਕੈਂਸਰਸ ਹੋ ਗਏ, ਔਰ ਉਸ ਤੋਂ ਇਲਾਵਾ ਐਟੋਪਿਕ ਡਰਮਾਟਾਈਟਸ, ਸਕਿਨ ਦੀਆਂ ਪ੍ਰੋਬਲਮ, ਜਿੰਨੀਆਂ ਸਕਿਨ ਦੀਆਂ ਪ੍ਰੋਬਲਮ ਨੇ ਉਹਨਾਂ 'ਚ ਅੱਛਾ ਰਿਜ਼ਲਟ ਹੈ। ਅਲਸਰੇਟਿਵ ਕੋਲਾਈਟਸ ਦੇ ਪੇਸ਼ੈਂਟ ਬਹੁਤ ਨੇ ਮੇਰੇ ਕੋਲ, ਪੇਟ ਦੀਆਂ ਡਾਈਜੈਸਟਿਵ ਸਿਸਟਮ ਦੀਆਂ ਪ੍ਰੋਬਲਮ ਨੇ, ਕਿਡਨੀ ਫੇਲੀਅਰ ਹੈ, ਜਿਹਦਾ ਕਿਡਨੀ ਫੇਲ ਹੋ ਗਈ, ਕ੍ਰੀਟਿਨ ਵੱਧ ਗਿਆ, ਯੂਰੀਆ ਵੱਧ ਗਿਆ, ਉਹਦੇ ਪੇਸ਼ੈਂਟ ਬਹੁਤ ਨੇ ਹੈ ਨਾ, ਸਾਹ ਦੇ ਦਮੇ ਦੇ ਪੇਸ਼ੈਂਟ ਬਹੁਤ ਨੇ। ਇਸ ਤਰ੍ਹਾਂ ਦੀ ਸਾਰੀਆਂ ਲਗਭਗ ਸਾਰੇ ਸਰੀਰ ਦੀਆਂ ਜਿੰਨੀਆਂ ਵੀ ਪ੍ਰੋਬਲਮ ਨੇ, ਮੈਂਟਲ ਡਿਸਆਰਡਰਸ ਨੇ, ਨਿਊਰਾਈਟਸ ਹੈ, ਨਿਊਰੈਲਜੀਆ ਹੈ, ਪੇਨ ਹੈ, ਬੋਡੀ 'ਚ ਦਰਦਾਂ ਨੇ, ਕਈ ਐਸੀਆਂ ਪੇਸ਼ੈਂਟ ਨੇ ਜਿਹਨਾਂ ਦਰਦਾਂ ਹੁੰਦੀਆਂ ਰਹਿੰਦੀਆਂ, ਥਕਾਵਟ ਹੋਈ ਰਹਿੰਦੀ ਉਹਨਾਂ ਨੂੰ, ਔਰ ਉਹਦਾ ਕੋਈ ਉਹ ਡਾਕਟਰ ਕਹਿੰਦੇ ਵਿਟਾਮਿਨ ਡੀ ਘਟ ਗਿਆ, ਤੁਹਾਡਾ ਵਿਟਾਮਿਨ B12 ਘਟ ਗਿਆ, ਉਹ ਫਿਰ ਉਹ ਖਾ ਕੇ ਗੋਲੀਆਂ ਵੀ ਉਹਨਾਂ ਦੀ ਦਰਦਾਂ ਦਾ ਕੋਈ ਇਲਾਜ ਨਹੀਂ ਹੁੰਦਾ, ਫਿਰ ਵੀ ਕਹਿੰਦੇ ਸਾਨੂੰ ਵੀਕਨੈਸ ਲੱਗ ਰਹੀ, ਥਕਾਵਟ ਲੱਗ ਰਹੀ ਹੈ। ਤੇ ਉਹ ਜਿਹੜੀਆਂ ਚੀਜ਼ਾਂ ਨੇ ਉਹ ਸਾਡੇ ਵਾਤ ਪਿੱਤ ਕਫ ਦੇ ਸਿਧਾਂਤ ਨਾਲ ਠੀਕ ਕੀਤੀਆਂ ਜਾ ਸਕਦੀਆਂ ਨੇ। ਮੈਂ ਤਾਂ ਇਹ ਵੀ ਸੁਣਿਆ ਕਹਿੰਦੇ ਕਿ ਬਾਹਰ ਜਿਹੜੇ ਡਾਕਟਰ ਪੇਸ਼ੈਂਟਸ ਨੂੰ ਜਵਾਬ ਦਿੰਦੇ ਰਹਿੰਦੇ ਨੇ ਕਿ ਹੁਣ ਸੇਵਾ ਕਰ ਲਓ ਇਹਨਾਂ ਦੀ, ਉਹ ਵੀ ਇੱਥੇ ਆ ਕੇ ਠੀਕ ਹੋ ਜਾਂਦੇ ਨੇ। ਕਾਫੀ ਪੇਸ਼ੈਂਟ ਨੇ, ਇੱਕ ਬਾਹਰ ਦੀ ਗੱਲ ਦੱਸ ਦੇਣਾ, ਅਮਰੀਕਾ ਦਾ ਕੋਈ ਗੋਰਾ ਪੇਸ਼ੈਂਟ ਸੀ, 78 ਸਾਲ ਦੀ ਉਹਦੀ ਉਮਰ ਸੀ, 78, ਉਹਨੂੰ ਡਾਕਟਰਾਂ ਨੇ ਉੱਥੋਂ ਦੇ ਅਮਰੀਕਨ ਨੇ ਕਹਿ ਦਿੱਤਾ ਕਿ ਵੀ ਇਹਨੂੰ ਘਰ ਲੈ ਜਾਓ, ਘਰ ਹੀ ਇਹਦੀ ਸੇਵਾ ਕਰੋ। ਤੇ ਉਹਦੀ ਵਾਈਫ ਸੀ, ਉਹ ਵੀ ਅੰਗਰੇਜ਼ ਹੈ, ਅਮਰੀਕਨ ਹੈ, ਤੇ ਉਹਨੇ ਕਿਤੇ ਸਾਡੇ ਤੋਂ ਦਵਾਈਆਂ ਲੈ ਲਈਆਂ, ਤੇ ਉਹ ਗੋਰਾ ਉੱਠ ਕੇ ਬੈੱਡ ਰਿਡਨ ਸੀਗਾ, ਉੱਠ ਕੇ ਗਾਰਡਨਿੰਗ ਕਰਨ ਲੱਗ ਪਿਆ, ਡਰਾਈਵਿੰਗ ਕਰਨ ਲੱਗ ਪਿਆ, ਸਾਰਾ ਨਾਰਮਲ ਹੋ ਗਿਆ। ਉਹ ਸਾਰੇ ਉਹਦੇ ਜਿੰਨੇ ਸੀਗੇ ਉਹ ਹੈਰਾਨ ਹੋ ਗਏ, ਰਿਸ਼ਤੇਦਾਰ ਵੀ, ਮਹੱਲੇ ਵਾਲੇ ਵੀ। ਤੇ ਇਸੇ ਤਰ੍ਹਾਂ ਨਾਲ ਸਾਡੇ ਇੰਡੀਆ 'ਚ ਵੀ ਬਹੁਤ ਪੇਸ਼ੈਂਟ ਨੇ ਜਿਨ੍ਹਾਂ ਨੂੰ ਕਾਫੀ ਗੰਭੀਰ ਸਮੱਸਿਆਵਾਂ ਨੇ, ਜਿੱਦਾਂ ਲੀਵਰ ਫੇਲੀਅਰ ਹੋ ਗਿਆ, ਕਿਡਨੀ ਫੇਲੀਅਰ ਹੋ ਗਿਆ, ਈਵਨ ਅਲਸਰੇਟਿਵ ਕੋਲਾਈਟਸ ਵੀ ਬਹੁਤ ਗੰਭੀਰ ਸਮੱਸਿਆ ਹੈ ਨਾ, ਪੇਸ਼ੈਂਟ ਬਾਹਰ ਵੀ ਨਹੀਂ ਜਾ ਸਕਦਾ, ਇੰਨੇ ਵਾਰੀ ਸਟੂਲ ਜਾਣਾ ਪੈਂਦਾ। ਤੇ ਉਹ ਸਾਰੀਆਂ ਸਮੱਸਿਆਵਾਂ ਦਾ ਇੱਥੇ ਆਯੁਰਵੈਦਿਕ 'ਚ ਇਲਾਜ ਹੋ ਜਾਂਦਾ। ਜਿਹੜੇ ਪੇਸ਼ੈਂਟਸ ਨੇ ਤੁਹਾਡੇ, ਉਹ ਕਿਸ ਤਰ੍ਹਾਂ ਜ਼ਿਆਦਾ ਜੁੜਦੇ ਨੇ, ਆਨਲਾਈਨ ਜਾਂ ਫਿਰ ਰਿਕਮੈਂਡ ਕਰਦੇ ਨੇ ਤੁਹਾਡੇ ਪੇਸ਼ੈਂਟਸ ਅੱਗੇ? ਜਿਵੇਂ ਤੁਸੀਂ ਕਿਹਾ ਕਿ US ਦੇ ਜਿਹੜੇ ਪੇਸ਼ੈਂਟਸ ਇੱਥੇ ਆਏ, ਬਾਅਦ ਦੇ ਵਿੱਚ ਉਹਨਾਂ ਨੇ ਵੀ ਦੱਸਿਆ ਹੋਣਾ, ਜਿਹੜੇ ਉਹਨਾਂ ਦੇ ਫੈਮਿਲੀ ਮੈਂਬਰਸ ਨੇ ਜਾਂ ਰਿਲੇਟਿਵਸ ਨੇ, ਕਿ ਇੱਕ ਸੰਸਥਾ ਹੈਗੀ ਹੈ, ਭਾਰਤ ਦੀ ਸੰਸਥਾ, ਉੱਥੇ ਦਵਾਈ ਇੱਦਾਂ ਦੀ ਮਿਲਦੀ ਹੈ ਕਿ ਜਿਹੜੇ ਡਾਕਟਰਸ ਨੇ ਉਹ ਮਨਾ ਕਰ ਦਿੰਦੇ ਨੇ, ਜਵਾਬ ਦੇ ਦਿੰਦੇ ਨੇ, ਉਹ ਵੀ ਠੀਕ ਹੋ ਜਾਂਦੇ ਨੇ। ਲੋਕੀ ਦੇਖੋ ਜੀ, ਅਸੀਂ YouTube ਦੇ ਮਾਧਿਅਮ ਤੇ ਲੋਕਾਂ ਨਾਲ ਪਹਿਲਾਂ ਜੁੜੇ ਸੀ, ਵੈਸੇ ਵੀ ਮੇਰੇ ਡਿਸਟ੍ਰੀਬਿਊਟਰ ਨੇ ਕਈ ਕੰਟਰੀਜ਼ ਦੇ ਵਿੱਚ ਜਿਹੜੇ ਕਿ ਸਾਡੇ ਪ੍ਰੋਡਕਟਸ ਉਹਨਾਂ ਕੋਲ ਹੈਗੇ ਨੇ। ਉਸ ਤੋਂ ਇਲਾਵਾ ਮਾਊਥ ਪਬਲਿਸਿਟੀ ਵੀ ਹੁੰਦੀ ਹੈ, ਪੇਸ਼ੈਂਟ ਠੀਕ ਹੁੰਦਾ ਫਿਰ ਉਹ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ, ਫਰੈਂਡ ਸਰਕਲ ਦੱਸਦਾ ਹੀ ਹੈ। ਤੋ ਇਹ ਸਾਰੇ ਮੈਥਡ ਨੇ, ਤੇ ਹੁਣ ਤਾਂ ਜ਼ਿਆਦਾਤਰ ਮਾਊਥ ਪਬਲਿਸਿਟੀ ਜ਼ਿਆਦਾ ਹੈ, ਤੇ ਬਾਕੀ ਸੋਸ਼ਲ ਮੀਡੀਆ ਤਾਂ ਹੈਗਾ, ਪਰ ਹੁਣ ਲੋਕੀ ਮਾਊਥ ਪਬਲਿਸਿਟੀ ਨਾਲ ਜ਼ਿਆਦਾ ਆ ਰਹੇ ਨੇ। ਸੋ ਕਿਸ ਤਰ੍ਹਾਂ ਲੱਗਦਾ ਜਦੋਂ US ਦੇ ਵਿੱਚ ਬਿਮਾਰੀ ਦਾ ਹੱਲ ਨਹੀਂ ਹੈਗਾ, ਤੁਹਾਡੇ ਕੋਲ ਉਸ ਬਿਮਾਰੀ ਦਾ ਹੱਲ ਹੈ? ਹੁਣ ਤਾਂ ਅਸੀਂ ਆਪਾਂ ਬੀਇੰਗ ਅ ਡਾਕਟਰ, ਮੈਂ ਆਪਣੀ ਗੱਲ ਕਰਾਂ, ਮੈਂ ਇੰਡੀਆ, US ਜਾਂ ਚਾਈਨਾ ਜਾਂ ਅਮਰੀਕਾ, ਯੂਰਪ ਨੂੰ ਮੈਂ ਇੱਕੋ ਹੀ ਸਮਝਦਾ, ਤਾਂ ਹੀ ਮੈਂ ਇਹਦਾ, ਮੇਰੀ ਸੋਚ ਹੀ ਗਲੋਬਲ ਹੈ। ਮੈਂ ਪਲੈਨਟ ਇਸੇ ਲਈ ਨਾ ਰੱਖਿਆ ਸੀ। ਮੈਂ ਸੋਚਦਾ ਸਾਰੇ ਇਨਸਾਨ ਨੇ, ਸਾਰੇ ਵਿਚਾਰੇ ਸਟਰਗਲ ਕਰ ਰਹੇ ਨੇ ਹੈਲਥ ਵਾਸਤੇ, ਕਿਸੇ ਕੋਈ ਡਾਕਟਰ ਕੋਲ ਜਾ ਰਿਹਾ, ਕੋਈ ਕਿਤੇ ਡਾਕਟਰ ਕੋਲ ਜਾ ਰਿਹਾ, ਉਹਨੂੰ ਅੱਛੀ ਗਾਈਡਲਾਈਨਸ ਮਿਲ ਜੇ, ਉਹਨੂੰ ਨੈਚੁਰਲ ਟਰੀਟਮੈਂਟ ਮਿਲ ਜੇ, ਔਰ ਉਹਦਾ ਸੋਲੂਸ਼ਨ ਹੋ ਜੇ। ਔਰ ਮੈਨੂੰ ਤਾਂ, ਮੈਂ ਯੂਰਪ ਵੀ ਜਾਂਦਾ, ਉੱਥੇ ਪੇਸ਼ੈਂਟ ਦੇਖਦਾ, ਉੱਥੇ ਵੀ ਇੱਦਾਂ ਰਸ਼ ਲੱਗਾ ਹੁੰਦਾ, ਉਹ ਸਾਰੇ ਅੰਗਰੇਜ਼ ਬੈਠੇ ਹੁੰਦੇ ਨੇ ਔਰ ਆਪਣਾ ਟਰੀਟਮੈਂਟ ਕਰਾ ਰਹੇ ਹੁੰਦੇ ਨੇ, ਔਰ ਇੰਨੇ ਜ਼ਿਆਦਾ ਵਿਸ਼ਵਾਸ ਕਰਦੇ ਨੇ ਆਯੁਰਵੇਦ 'ਚ ਜਿਹੜੇ ਯੂਰਪ ਦੇ, ਅਮਰੀਕਾ ਦੇ ਅੰਗਰੇਜ਼ ਨੇ, ਕਿ ਮੈਨੂੰ ਹੈਰਾਨਗੀ ਹੁੰਦੀ ਹੈ ਕਿ ਇੰਨਾ ਜ਼ਿਆਦਾ ਸਾਡੇ ਸਾਇੰਸ 'ਤੇ ਵਿਸ਼ਵਾਸ ਹੈ। ਔਰ ਆਪਣੇ ਇੰਡੀਆ ਦੇ ਲੋਕ ਜਿਹੜੇ ਨੇ ਉਹ ਹੁਣ ਥੋੜ੍ਹਾ ਵਿਸ਼ਵਾਸ ਕਰਨ ਲੱਗੇ ਨੇ, ਪਰ ਪਹਿਲਾਂ ਨਹੀਂ ਸੀ ਕਰ ਰਹੇ। ਕਿਸ ਤਰ੍ਹਾਂ ਲੱਗਦਾ, ਕਹਿੰਦੇ ਇੱਕ ਬਗਾਨੇ ਮੁਲਕ ਦੇ ਵਿੱਚ ਅੰਗਰੇਜ਼ ਨੇ ਜਿਹੜੇ, ਉਹਨਾਂ ਦੀ ਭਾਸ਼ਾ ਹੋਰ ਹੈ, ਸੱਭਿਆਚਾਰ ਹੋਰ ਹੈ, ਉਹ ਸਾਡੇ ਪੇਸ਼ੈਂਟ ਬਣ ਕੇ ਆ ਰਹੇ ਨੇ। ਮੈਂ ਐਸੇ ਦੇਸ਼ਾਂ 'ਚ ਗਿਆ ਜਿੱਥੇ ਇੰਗਲਿਸ਼ ਵੀ ਉਹਨਾਂ ਦੀ ਭਾਸ਼ਾ ਹੈ ਨਹੀਂ, ਨਵੀਂ ਭਾਸ਼ਾ ਹੈਗੀ ਹੈ। ਉੱਥੇ ਉਹ ਇੰਟਰਪ੍ਰੇਟਰ ਬਿਠਾਉਂਦੇ ਨੇ, ਉਹ ਬਹੁਤ ਆਦਰ ਸਤਿਕਾਰ ਮਾਣ ਕਰਦੇ ਨੇ। ਇੰਨੇ ਪੇਸ਼ੈਂਟ ਉੱਥੇ ਦੇ ਜਿਹੜੇ ਠੀਕ ਹੋਏ ਨੇ, ਔਰ ਵੀਲ ਚੇਅਰ 'ਤੇ ਆਉਂਦੇ ਨੇ, ਸਟ੍ਰੈਚਰ 'ਤੇ ਆਉਂਦੇ ਨੇ, ਔਰ ਉਹਨਾਂ ਨੂੰ ਫਿਰ ਵੀ ਵਿਸ਼ਵਾਸ ਹੈ ਕਿ ਜਿਹੜਾ ਬਾਹਰੋਂ ਇੰਡੀਆ ਦਾ ਡਾਕਟਰ ਆਇਆ, ਕੋਈ ਸਪੈਸ਼ਲ ਜਿਹੜਾ ਕਿ ਸਾਨੂੰ ਠੀਕ ਕਰ ਸਕਦਾ। ਤੇ ਬਹੁਤ ਅੱਛਾ ਲੱਗਦਾ ਹੈ। ਉੱਥੋਂ ਦੇ ਕਾਫੀ ਜਿਹੜੇ ਬਹੁਤ ਹੀ ਉੱਚੇ ਪੱਧਰ 'ਤੇ ਲੋਕੀ, VIP ਜਿਹਨੂੰ ਕਹਿੰਦੇ ਨੇ, ਉਹ ਵੀ ਫਿਰ ਆਪਣਾ ਇਲਾਜ ਕਰਵਾ ਰਹੇ ਨੇ। ਆਯੁਰਵੇਦ ਦਾ ਨਾਮ ਸਾਰੇ ਪਾਸੇ ਫੈਲ ਰਿਹਾ ਹੈ। ਸਿਕਿਉਰ ਪਰਸੈਂਟੇਜ ਕਿੰਨੀ ਹੈ ਤੁਹਾਡੀ? ਜੇ ਤੁਹਾਡੇ ਕੋਲ 100 ਮਰੀਜ਼ ਆ ਰਿਹਾ, ਉਸ ਦੇ ਵਿੱਚੋਂ ਠੀਕ ਕਿੰਨੇ ਹੁੰਦੇ ਨੇ? 100 ਚੋਂ 80, 85, 90% ਠੀਕ ਹੋ ਜਾਂਦੇ ਨੇ, ਔਰ ਉਹ 10% ਜਿਹੜੇ ਰਹਿ ਜਾਂਦੇ ਨੇ, ਉਹ ਉਹਨਾਂ ਚੋਂ ਵੀ ਜਿਹੜੇ ਨੇ 8-10% ਥੋੜ੍ਹਾ ਪੇਸ਼ੈਂਟ ਦਾ ਵੀ ਕਾਰਨ ਹੁੰਦਾ, ਕਿਉਂਕਿ ਪੇਸ਼ੈਂਟ ਨੂੰ ਠੀਕ ਕਰਨਾ ਇਕੱਲਾ ਡਾਕਟਰ ਦੇ ਵੱਸ 'ਚ ਨਹੀਂ ਹੈਗਾ। ਅਸੀਂ ਤਾਂ ਉਹਨੂੰ ਸਮਝਾ ਸਕਦੇ ਹਾਂ, ਦਵਾਈਆਂ ਦੇ ਸਕਦੇ ਹਾਂ,
ਥੋੜਾ ਡਾਈਟ ਦਾ ਪਰਹੇਜ਼ ਕਰਨਾ, ਥੋੜਾ ਲਾਈਫ ਸਟਾਈਲ ਦਾ, ਥੋੜਾ ਆਪਣਾ ਧਿਆਨ ਰੱਖਣਾ, ਇਹ ਸਭ ਚੀਜ਼ਾਂ ਪੇਸ਼ੈਂਟ ਤੇ ਵੀ ਨਿਰਭਰ ਕਰਦੀਆਂ, ਪਰ ਫਿਰ ਵੀ ਅਸੀਂ 80-85% 90% ਪੇਸ਼ੈਂਟ ਨੂੰ ਠੀਕ ਕਰ ਰਹੇ ਹਾਂ। ਸੋ ਅਪੀਲ ਕੀ ਕਰਦੇ ਹੋ ਜਿਹੜੇ ਦਰਸ਼ਕ ਹੁਣ ਤੁਹਾਨੂੰ ਦੇਖ ਰਹੇ ਆ ਵਿਜ਼ਨ ਪੰਜਾਬ ਟੀਵੀ ਦੇ ਮਾਧਿਅਮ ਰਾਹੀਂ, ਦੇਸ਼ਾਂ ਵਿਦੇਸ਼ਾਂ 'ਚ ਬੈਠੇ ਜਿਹੜੇ ਲੋਕ ਨੇ, ਉਹਨਾਂ ਨੂੰ ਕੀ ਅਪੀਲ ਕਰਦੇ? ਅਪੀਲ ਇਹੀ ਕਰਦੇ ਹਾਂ ਕਿ ਆਪਣੀ ਜਿਹੜੀ ਭਾਰਤ ਦੀ ਜਿਹੜੀ ਪੁਰਾਣੀ ਪ੍ਰਾਚੀਨ ਜਿਹੜੀ ਚਿਕਿਤਸਾ ਪ੍ਰਣਾਲੀ ਹੈ, ਇਸ 'ਤੇ ਵਿਸ਼ਵਾਸ ਕਰੋ, ਇੱਕ ਦੂਜੇ ਨੂੰ ਵੱਲ ਇਹਨੂੰ ਸਪਰੈਡ ਕਰੋ, ਜ਼ਿਆਦਾ ਤੋਂ ਜ਼ਿਆਦਾ ਲੋਕੀ ਜਿਹੜੇ ਨੇ ਆਯੁਰਵੇਦ ਨੂੰ ਅਪਣਾਉਣ ਔਰ ਆਪਣੇ ਆਪ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਨੇ। ਸੋ ਤੁਸੀਂ ਸੁਣਿਆ ਕਿ ਪਲੈਨਟ ਆਯੁਰਵੇਦਾ ਦੇ ਵਿੱਚ ਕਈ ਗੰਭੀਰ ਬਿਮਾਰੀਆਂ ਇਹੋ ਜਿਹੀਆਂ ਨੇ ਜੋ ਕਿ ਬਾਹਰ ਠੀਕ ਨਹੀਂ ਹੁੰਦੀਆਂ, ਉਰੇ ਆ ਕੇ ਠੀਕ ਹੋ ਜਾਂਦੀਆਂ ਨੇ। ਸੋ ਇੱਥੋਂ ਦੇ ਐਮਡੀ ਡਾਕਟਰ ਵਿਕਰਮ ਸਿੰਘ ਚੌਹਾਨ ਨੇ ਦੱਸਿਆ ਕਿ ਤੁਸੀਂ ਜੇਕਰ ਅਜਿਹਾ ਕੁਝ ਫੀਲ ਕਰ ਰਹੇ ਹੋ ਕਿ ਤੁਹਾਨੂੰ ਕਈ ਜਗ੍ਹਾ ਦੇ ਉੱਤੇ ਧੱਕੇ ਖਾਣੇ ਮਿਲੇ ਆ, ਉਸ ਤੋਂ ਬਾਅਦ ਵੀ ਤੁਸੀਂ ਠੀਕ ਨਹੀਂ ਹੋਏ, ਤੁਸੀਂ ਇੱਥੇ ਆ ਸਕਦੇ ਹੋ, ਇੱਥੇ ਆ ਕੇ ਤੁਸੀਂ ਆਪਣੀ ਬਿਮਾਰੀ ਦਾ ਇਲਾਜ ਕਰਾ ਸਕਦੇ ਹੋ। ਸੋ ਇਹਨਾਂ ਸ਼ਬਦਾਂ ਦੇ ਨਾਲ ਦਿਓ ਇਜਾਜ਼ਤ। ਵੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।